हाँ जी, गुरु स्टडी पॉइंट ਤੇ ਤੁਹਾਡਾ ਸਵਾਗਤ ਹੈ ਜੀ। ਲੈ ਕੇ ਆਏ ਹਾਂ ਤੁਹਾਡੇ ਲਈ ਜੀਕੇ ਨਾਲ ਸੰਬੰਧਿਤ ਵਨ ਲਾਈਨਰ ਪ੍ਰਸ਼ਨ। ਤੁਹਾਨੂੰ ਪਤਾ ਹੀ ਹੈ ਵਨ ਲਾਈਨਰ ਪ੍ਰਸ਼ਨ ਦੀ ਆਪਾਂ 1500 ਪ੍ਰਸ਼ਨ ਕਰਵਾਉਣ ਦੀ ਲੜੀ ਸ਼ੁਰੂ ਕੀਤੀ ਹੋਈ ਹੈ। ਉਸੇ ਦੇ ਤਹਿਤ ਅੱਜ ਦਾ ਆਪਣਾ ਲੈਕਚਰ ਹੋਵੇਗਾ। ਸੋ ਪੰਜਾਬ 'ਚ ਜਿੰਨੀਆਂ ਵੀ ਪੋਸਟਾਂ ਨਿਕਲੀਆਂ ਨੇ ਸਾਰੀਆਂ ਪੋਸਟਾਂ ਦੇ ਜੀਕੇ ਪੋਰਸ਼ਨ ਦੇ ਲਈ ਅਤੀ ਮਹੱਤਵਪੂਰਨ ਵੀਡੀਓ ਆਪਣੀ। ਸੋ ਵੀਡੀਓ ਨੂੰ ਅਖੀਰ ਤੱਕ ਦੇਖਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਜੁੜੇ ਰਹੋ ਚੈਨਲ ਦੇ ਨਾਲ। ਸ਼ੁਰੂ ਕਰਦੇ ਹਾਂ ਜੀ। ਪਹਿਲਾ ਪ੍ਰਸ਼ਨ, ਸੰਸਦ ਦਾ ਤੀਜਾ ਸਦਨ ਕਿਸ ਨੂੰ ਕਿਹਾ ਜਾਂਦਾ ਹੈ? ਸੋ ਸੰਸਦ ਦੇ ਦੋ ਸਦਨ ਆਪਾਂ ਸੁਣੇ ਨੇ ਜੀ, ਲੋਕ ਸਭਾ ਤੇ ਰਾਜ ਸਭਾ। ਉੱਪਰਲਾ ਸਦਨ ਰਾਜ ਸਭਾ, ਹੇਠਲਾ ਸਦਨ ਲੋਕ ਸਭਾ। ਤੇ ਇਹਦਾ ਤੀਜਾ ਸਦਨ ਕਿਹਨੂੰ ਕਿਹਾ ਜਾਂਦਾ ਜੀ? ਸੁਪਰੀਮ ਕੋਰਟ ਨੂੰ। ਸੁਪਰੀਮ ਕੋਰਟ ਨੂੰ ਇਹਦਾ ਤੀਜਾ ਸਦਨ ਕਿਹਾ ਜਾਂਦਾ ਹੈ। ਜੇ ਸੰਸਦ ਪੁੱਛੀ ਜਾਵੇ ਆਰਟੀਕਲ ਕਿੰਨੇ ਦੇ ਅਧੀਨ ਮੰਨੀ ਜਾਂਦੀ ਹੈ? 79 79 ਦੇ ਅਧੀਨ ਇਹ ਆਰਟੀਕਲ, ਸੰਵਿਧਾਨ ਦੇ ਵਿੱਚ 79 ਆਰਟੀਕਲ ਦੇ ਅਕੋਰਡਿੰਗ ਸੰਸਦ ਹੈ ਜੀ। ਸੋ ਸੁਪਰੀਮ ਕੋਰਟ ਸੰਸਦ ਦਾ ਤੀਜਾ ਸਦਨ ਮੰਨਿਆ ਜਾਂਦਾ। 2 ਨੰਬਰ ਪ੍ਰਸ਼ਨ ਦੇਖਦੇ ਹਾਂ ਜੀ। ਪਹਿਲੀ ਲੋਕ ਅਦਾਲਤ ਦੀ ਮੀਟਿੰਗ ਦਿੱਲੀ ਵਿਖੇ ਕਦੋਂ ਹੋਈ? ਸੋ ਪਹਿਲੀ ਲੋਕ ਅਦਾਲਤ ਦੀ ਮੀਟਿੰਗ ਪੁੱਛਿਆ ਜੀ, ਦਿੱਲੀ ਦੇ ਵਿਖੇ ਦਿੱਲੀ ਵਿੱਚ ਹੋਈ। ਇਹ ਇੱਥੋਂ ਕਲੀਅਰ ਹੋ ਗਈ ਗੱਲ, ਨੋਟ ਰੱਖਣਾ। ਕਈ ਵਾਰ ਪੁੱਛ ਲਿਆ ਜਾਂਦਾ ਵੀ ਪਹਿਲੀ ਲੋਕ ਅਦਾਲਤ ਦੀ ਮੀਟਿੰਗ ਕਿੱਥੇ ਹੋਈ, ਤਾਂ ਦਿੱਲੀ ਦੇ ਵਿੱਚ ਹੋਈ। ਕਦੋਂ ਹੋਈ? 6 ਅਕਤੂਬਰ 1985 ਦੇ ਵਿੱਚ ਪਹਿਲੀ ਲੋਕ ਅਦਾਲਤ ਦੀ ਮੀਟਿੰਗ ਦਿੱਲੀ ਦੇ ਵਿੱਚ ਹੋਈ 6 ਅਕਤੂਬਰ 1985 ਨੂੰ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। 3 ਨੰਬਰ, ਸ਼੍ਰੋਮਣੀ ਅਕਾਲੀ ਦਲ ਦਾ ਜਨਮ ਕਦੋਂ ਅਤੇ ਕਿੰਨਾਂ ਨੇਤਾਵਾਂ ਦੀ ਅਗਵਾਈ ਹੇਠ ਹੋਇਆ? ਵੈਰੀ ਵੈਰੀ ਇੰਪੋਰਟੈਂਟ ਹੈ ਜੀ। ਸ਼੍ਰੋਮਣੀ ਅਕਾਲੀ ਦਲ ਜਿਹਦੇ ਹੁਣ ਪ੍ਰਧਾਨ ਨੇਗੇ ਆਪਣੇ ਸੁਖਬੀਰ ਸਿੰਘ ਬਾਦਲ। ਸੋ ਸ਼੍ਰੋਮਣੀ ਅਕਾਲੀ ਦਾ ਜਨਮ ਹੈ ਜਿਹੜਾ ਇਹ 1920 ਵਿੱਚ ਮਾਸਟਰ ਤਾਰਾ ਸਿੰਘ ਅਤੇ ਖੜਕ ਸਿੰਘ ਇਹਨਾਂ ਨੇਤਾਵਾਂ ਦੀ ਅਗਵਾਈ ਦੇ ਹੇਠ ਹੋਇਆ। ਮਾਸਟਰ ਤਾਰਾ ਸਿੰਘ ਅਤੇ ਖੜਕ ਸਿੰਘ ਦੀ ਅਗਵਾਈ ਦੇ ਹੇਠ 1920 ਦੇ ਵਿੱਚ ਹੋਇਆ। ਐਗਜ਼ਾਮੀਨਰ ਕਈ ਵਾਰ ਪ੍ਰਸ਼ਨ ਪੁੱਛ ਲੈਂਦਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਪਹਿਲਾ ਸੀਐਮ ਕਿਹੜਾ ਸੀ? ਅਕਾਲੀ ਦਲ ਦਾ ਪਹਿਲਾ ਸੀਐਮ ਗੁਰਨਾਮ ਸਿੰਘ ਸੀ ਜੀ। ਇਹ 1967 ਦੇ ਵਿੱਚ ਬਣੇ ਸੀਗੇ ਗੁਰਨਾਮ ਸਿੰਘ। ਉਦੋਂ ਪਹਿਲਾਂ ਮਤਲਬ ਇੰਡੀਅਨ ਨੈਸ਼ਨਲ ਕਾਂਗਰਸ ਦੇ ਹੀ ਸੀਐਮ ਰਹੇ ਨੇ, ਜਿੰਨੇ ਵੀ ਰਹੇ ਨੇ ਪੰਜਾਬ ਦੇ ਵਿੱਚ। ਇਹ ਪਹਿਲਾ ਸੀਐਮ ਅਕਾਲੀ ਦਲ ਦਾ ਬਣਿਆ ਸੀ 1967 ਦੇ ਵਿੱਚ ਜਾ ਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। 4 ਨੰਬਰ, ਗੁੱਟ ਨਿਰਲੇਪਤਾ ਦੀ ਨੀਤੀ ਕਿਹੜੇ ਭਾਰਤੀ ਨੇਤਾ ਨੇ ਅਪਣਾਈ? ਸੋ ਗੁੱਟ ਨਿਰਲੇਪਤਾ ਦੀ ਨੀਤੀ 1961 ਦੇ ਵਿੱਚ ਇਹ ਸ਼ੁਰੂ ਹੋਈ ਜੀ, ਸਥਾਪਿਤ ਹੋਈ। ਭਾਰਤ ਦੇ ਵਿੱਚ ਕਿਹੜਾ ਨੇਤਾ ਸੀ ਇਹਦੇ ਨਾਲ ਸੰਬੰਧਿਤ? ਸੋ ਸੀ ਜੀ ਪੰਡਿਤ ਨਹਿਰੂ, ਪੰਡਿਤ ਜਵਾਹਰ ਲਾਲ ਨਹਿਰੂ। ਇਹਨਾਂ ਨੇ ਗੁੱਟ ਨਿਰਲੇਪਤਾ ਦੀ ਨੀਤੀ ਨੂੰ ਪਹਿਲ ਦਿੱਤੀ ਸੀ। ਇਹ ਗੁੱਟ ਨਿਰਲੇਪਤਾ ਨੀਤੀ ਹੈ ਕੀ ਸੀ? ਆਪਾਂ ਥੋੜ੍ਹਾ ਜਿਹਾ ਇਹਦੇ ਬਾਰੇ ਦੇਖਦੇ ਹਾਂ। ਜਦੋਂ ਮਤਲਬ ਦੂਜਾ ਵਿਸ਼ਵ ਯੁੱਧ ਖਤਮ ਹੋ ਗਿਆ, ਦੂਸਰਾ ਵਿਸ਼ਵ ਯੁੱਧ ਜਦੋਂ ਖਤਮ ਹੋ ਗਿਆ 1945 ਦੇ ਵਿੱਚ ਇਹ ਖਤਮ ਹੋਇਆ। ਉਸ ਦੇ ਖਤਮ ਹੋਣ ਤੋਂ ਬਾਅਦ ਸੀ ਨਾ, ਦੇਸ਼ ਜਿਹੜੇ ਸਾਰੀ ਦੁਨੀਆ ਸੀ ਉਹ ਦੁਨੀਆ ਦੇ ਅਲੱਗ-ਅਲੱਗ ਦੇਸ਼ 2 ਹਿੱਸਿਆਂ 'ਚ ਵੰਡੇ ਗਏ। ਇੱਕ ਤਾਂ ਵੰਡੇ ਗਏ USSR ਅਤੇ ਇੱਕ USA ਦੇ ਧੜੇ। ਇਹ 2 ਧੜੇ ਬਣ ਗਏ। ਕੁਛ ਦੇਸ਼ ਇਹਦੇ ਨਾਲ ਸ਼ਾਮਿਲ ਹੋ ਗਏ, ਕੁਝ ਦੇਸ਼ ਇੱਧਰ ਸ਼ਾਮਿਲ ਹੋ ਗਏ। ਤਾਂ ਜਿਹੜੇ ਕੁਝ ਵਿਕਾਸਸ਼ੀਲ ਦੇਸ਼ ਸੀ, ਜਿਹੜੇ ਵਿਕਾਸ ਕਰ ਰਹੇ ਸੀ, ਬੇਚਾਰੇ ਜ਼ਿਆਦਾ ਅਮੀਰ ਨਹੀਂ ਸੀ, ਗਰੀਬ ਵੀ ਨਹੀਂ ਸੀ, ਵਿਕਾਸ ਜਿਹਾ ਕਰ ਰਹੇ ਸੀ। ਜੇ ਤਾਂ ਉਹ ਇੱਧਰ ਸ਼ਾਮਿਲ ਹੁੰਦੇ ਸੀ ਤਾਂ ਫਿਰ USA ਤੋਂ ਸਮੱਸਿਆ ਸੀਗੀ। ਜੇ USA ਸ਼ਾਮਿਲ ਹੁੰਦੇ ਸੀ ਤਾਂ USSR ਤੋਂ ਸਮੱਸਿਆ ਸੀ ਉਹਨਾਂ ਨੂੰ। ਤਾਂ ਉਹਨਾਂ ਦੇਸ਼ਾਂ ਨੇ, ਵਿਕਾਸਸ਼ੀਲ ਦੇਸ਼ਾਂ ਨੇ ਇੱਕ ਗੁੱਟ ਬਣਾਇਆ, ਗੁੱਟ ਨਿਰਲੇਪ ਨੀਤੀ, ਵੀ ਅਸੀਂ ਕਿਸੇ ਧੜੇ 'ਚ ਨਹੀਂ ਖੜ੍ਹੇ ਹੋਣਾ, ਅਸੀਂ ਮਤਲਬ ਅਲੱਗ ਰਹਾਂਗੇ। ਆਪਣਾ ਗੁੱਟ ਨਿਰਲੇਪ ਨੀਤੀ ਨੂੰ ਉਹਨਾਂ ਨੇ ਪਹਿਲ ਦਿੱਤੀ। ਇਸ ਤਰੀਕੇ ਨਾਲ ਇਹ ਆਪਣੇ ਭਾਰਤ ਦੇ ਪੰਡਿਤ ਜਵਾਹਰ ਲਾਲ ਨਹਿਰੂ, ਉਹਨਾਂ ਨੇ ਇਹ 1961 ਦੇ ਵਿੱਚ ਪਹਿਲ ਕੀਤੀ ਸੀ। ਸੋ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। 5 ਨੰਬਰ, ਸੁਰੱਖਿਆ ਰਾਸ਼ਟਰ ਦਾ ਜਨਮ ਕਦੋਂ ਹੋਇਆ ਅਤੇ ਕਿੰਨੇ ਦੇਸ਼ ਇਸ ਦੇ ਮੂਲ ਮੈਂਬਰ ਹਨ? ਸੋ ਇਹਦੇ ਮੂਲ ਮੈਂਬਰ 51 ਨੇ ਜੀ। ਇਹਦਾ ਜਿਹੜਾ ਜਨਮ ਸੀ 24 ਅਕਤੂਬਰ 1945 ਨੂੰ ਹੋਇਆ। ਇਹ ਧਿਆਨ 'ਚ ਰੱਖਣਾ, 24 ਅਕਤੂਬਰ 1945 ਨੂੰ ਹੋਇਆ। 51 ਇਹਦੇ ਮੂਲ ਮੈਂਬਰ ਸੀ। ਹੁਣ ਪੁੱਛ ਲਿਆ ਜਾਵੇ ਤਾਂ 193 ਮੈਂਬਰ ਨੇ ਜੀ ਦੇਸ਼, ਮਤਲਬ ਕਿੰਨੇ ਦੇਸ਼ ਮੈਂਬਰ ਨੇ ਇਹਦੇ? ਸੋ 193 ਨੇ ਹੁਣ। 6 ਨੰਬਰ ਪ੍ਰਸ਼ਨ ਦੇਖਦੇ ਹਾਂ ਦੋਸਤੋ। ਭਾਰਤ ਦਾ ਆਧੁਨਿਕ ਨਾਂ ਇੰਡੀਆ ਕਿਸ ਧਾਰਨਾ 'ਤੇ ਆਧਾਰਿਤ ਹੈ? ਇੰਡਸ 'ਤੇ ਹੈ ਜੀ। ਇਹ ਇੰਡਸ ਬੇਸਨ 'ਤੇ ਆਧਾਰਿਤ ਹੈ। ਭਾਰਤ ਦਾ ਆਧੁਨਿਕ ਨਾਂ ਇੰਡੀਆ ਕਿਸ ਧਾਰਨਾ 'ਤੇ ਆਧਾਰਿਤ ਹੈ? ਇੰਡਸ। 7 ਨੰਬਰ ਪ੍ਰਸ਼ਨ, ਕਿਹੜਾ ਰਾਜ ਸਾਰਾ ਸਾਲ ਬੱਦਲਾਂ ਨਾਲ ਢੱਕਿਆ ਰਹਿੰਦਾ ਜੀ? ਬੱਦਲ ਜ਼ਿਆਦਾ ਛਾਏ ਰਹਿੰਦੇ ਆ ਕਿਹੜੇ ਏਰੀਏ ਦੇ ਵਿੱਚ, ਕਿਹੜੇ ਰਾਜ ਦੇ ਵਿੱਚ? ਸੋ ਮੇਘਾਲਿਆ ਦੇ ਵਿੱਚ ਮਤਲਬ ਬੱਦਲ ਛਾਏ ਰਹਿੰਦੇ ਨੇ ਜੀ ਸਾਰਾ ਸਾਲ।
8 ਨੰਬਰ ਪ੍ਰਸ਼ਨ ਦੋਸਤੋ, ਸਿਨਕੋਨਾ ਦੇ ਦਰਖਤ ਤੋਂ ਕਿਹੜੀ ਦਵਾਈ ਤਿਆਰ ਕੀਤੀ ਜਾਂਦੀ ਹੈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਕੁਨੀਨ ਮਿਲਦੀ ਹੈ ਜੀ ਸਿਨਕੋਨਾ ਦੇ ਦਰਖਤ ਤੋਂ। ਜੀਓਗ੍ਰਾਫੀ ਦਾ ਪ੍ਰਸ਼ਨ ਹੈਗਾ, ਸਿਨਕੋਨਾ ਦੇ ਦਰਖਤ ਤੋਂ ਕੁਨੀਨ ਨਾਂ ਦੀ ਦਵਾਈ ਮਿਲਦੀ ਹੈ ਤਿਆਰ ਮਤਲਬ ਕੁਨੀਨ ਤੋਂ ਅੱਗੇ ਦਵਾਈਆਂ ਬਣਦੀਆਂ ਨੇ। ਸੋ ਕੁਨੀਨ ਹੈ ਜਿਹੜੀ ਇਹ ਸਿਨਕੋਨਾ ਤੋਂ ਪ੍ਰਾਪਤ ਹੁੰਦੀ ਹੈ, ਕਨੋਨਾ ਦੇ ਦਰਖਤ ਤੋਂ। 9 ਨੰਬਰ ਪ੍ਰਸ਼ਨ ਦੋਸਤੋ, ਪਲਾਸੀ ਦਾ ਯੁੱਧ ਕਦੋਂ ਹੋਇਆ? ਪਲਾਸੀ ਦਾ ਯੁੱਧ 23 ਜੂਨ 1757 ਈਸਵੀ ਦੇ ਵਿੱਚ ਹੋਇਆ ਜੀ। ਕਿੰਨਾਂ ਦੇ ਵਿਚਕਾਰ ਹੋਇਆ? ਇੱਕ ਪਾਸੇ ਸੀ ਸਿਰਾਜੂਦੌਲਾ, ਬੰਗਾਲ ਦਾ ਨਵਾਬ ਸੀ ਜੀ ਸਿਰਾਜੂਉਦਦੌਲਾ। ਦੂਸਰੇ ਪਾਸੇ ਸੀ ਅੰਗਰੇਜ਼ ਜੀ। ਅੰਗਰੇਜ਼ਾਂ ਦਾ ਕੌਣ ਸੀ? ਲਾਰਡ ਕਲਾਈਵ। ਇੱਕ ਪਾਸੇ ਬੰਗਾਲ ਦਾ ਨਵਾਬ ਸਿਰਾਜੂਦਦੌਲਾ, ਦੂਜੇ ਪਾਸੇ ਅੰਗਰੇਜ਼ ਅਧਿਕਾਰੀ ਸੀਗਾ ਲਾਰਡ ਕਲਾਈਵ। ਇਹਨਾਂ ਦੀਆਂ ਫੌਜਾਂ ਦੇ ਵਿਚਕਾਰ 23 ਜੂਨ 1757 ਈਸਵੀ ਨੂੰ ਯੁੱਧ ਹੋਇਆ। ਇਹਦੇ ਵਿੱਚ ਲਾਰਡ ਕਲਾਈਵ ਜਿੱਤ ਗਿਆ ਸੀ, ਅੰਗਰੇਜ਼ ਜਿੱਤ ਗਏ ਸੀਗੇ। ਕਈ ਵਾਰ ਅਸੀਂ ਇਹ ਸੋਚ ਲੈਂਦੇ ਹਾਂ ਵੀ ਅੰਗਰੇਜ਼ਾਂ ਕੋਲ ਇਹੋ ਜਿਹੀ ਕੀ ਮਤਲਬ ਬੂਟੀ ਸੀ ਵੀ ਉਹ ਹਰ ਲੜਾਈ ਜਿੱਤ ਜਾਂਦੇ ਸੀਗੇ। ਨਵਾਬ ਜਾਂ ਜਿਹੜੇ ਰਾਜੇ ਸੀ ਬਹੁਤ ਤਕੜੇ ਹੋਣ ਦੇ ਬਾਵਜੂਦ, ਬਹੁਤ ਵੱਡੀ ਫੌਜ, ਬਹੁਤ ਵੱਡੇ ਘਰਾਣੇ ਹੋਣ ਦੇ ਬਾਵਜੂਦ ਵੀ ਹਾਰ ਜਾਂਦੇ ਸੀ। ਉਹਦਾ ਇੱਕ ਕਾਰਨ ਸੀ ਇਸੇ ਯੁੱਧ ਦੇ ਨਾਲ ਸੰਬੰਧਿਤ ਤੁਹਾਨੂੰ ਮੈਂ ਦੱਸਦਾ ਵੀ ਇੱਥੇ ਜਿਹੜੇ ਆਪਣੇ ਇੰਡੀਆ ਵਾਲਾ ਸਿਸਟਮ ਸੀ ਉਹਦੇ ਵਿੱਚ ਗਦਾਰੀ ਸਿਸਟਮ ਵੱਧ ਸੀ। ਅੰਗਰੇਜ਼ ਲਾਲਚ ਦੇ ਦਿੰਦੇ ਸੀ, ਆਪਣੇ ਗੱਦੀ ਨੂੰ ਲੈ ਕੇ ਲੋਭ ਲਾਲਚ ਵੱਧ ਸੀ, ਗਦਾਰੀ ਵੀ ਨਹੀਂ ਕਹਿ ਸਕਦੇ, ਗੱਦੀ ਨੂੰ ਲੈ ਕੇ। ਮੰਨ ਲਓ ਸਿਰਾਜੂਦੌਲਾ ਬੰਗਾਲ ਦਾ ਨਵਾਬ ਬਣਿਆ ਤਾਂ ਕਿੰਨੇ ਹੀ ਸੈਂਕੜੇ ਬੰਦੇ ਹੋਰ ਨਿਗਾਹ ਟਿਕਾਈ ਬੈਠੇ ਹੁੰਦੇ ਆ ਮੌਕੇ 'ਤੇ ਵੀ ਮੈਂ ਵੀ ਨਵਾਬ ਬਣ ਜਾ। ਸੋ ਗੱਦੀ ਨੂੰ ਲੈ ਕੇ ਆਪਣੇ ਇੰਡੀਆ ਦੇ ਵਿੱਚ ਸਦਾ ਹੀ ਸਿਸਟਮ ਚੱਲਦਾ ਆ ਰਿਹਾ। ਤਾਂ ਉਦੋਂ ਮੀਰ ਜਾਫਰ, ਇੱਕ ਸੀਗਾ ਮੀਰ ਜਾਫਰ, ਇੱਕ ਰਾਏ ਦੁਰਲੱਭ, ਦੋ ਨਾਮ ਯਾਦ ਰੱਖਿਓ, ਮੀਰ ਜਾਫਰ ਅਤੇ ਰਾਏ ਦੁਰਲੱਭ। ਇਹ ਦੋ ਬੰਦਿਆਂ ਨੂੰ ਐਂ ਸੀ ਵੀ ਸਾਨੂੰ ਗੱਦੀ ਮਿਲ ਜੇ। ਇਹਨਾਂ ਨੇ ਸਿਰਾਜੂਦੌਲਾ ਨਾਲ ਧੋਖਾ ਕੀਤਾ, ਅੰਗਰੇਜ਼ਾਂ ਨਾਲ ਮਿਲ ਗਏ। ਜਦੋਂ ਐਂ ਆਪਦਾ ਖਾਸ ਬੰਦਾ ਦੂਸਰੇ ਦੁਸ਼ਮਣ ਨਾਲ ਮਿਲ ਜੇ ਤਾਂ ਫਿਰ ਮੇਨ ਬੰਦਾ ਹਾਰ ਹੀ ਜਾਂਦਾ। ਤਾਂ ਫਿਰ ਅੰਗਰੇਜ਼ਾਂ ਨੇ ਉਹੀ ਕੀਤਾ। ਪਲਾਸੀ ਦਾ ਯੁੱਧ ਜਿੱਤਣ ਤੋਂ ਬਾਅਦ ਇਹਨੂੰ ਮਤਲਬ ਇਹਦੇ ਨਾਲ ਸੰਧੀ ਕਰ ਲਈ ਸੀਗੀ। ਜਿਹੜਾ ਸੀਗਾ ਸਿਰਾਜੂਦੌਲਾ, ਇਹਨੂੰ ਮਾਰ ਦਿੱਤਾ ਗਿਆ ਸੀ। ਸਿਰਾਜੂਦੌਲਾ ਦੀ ਥਾਂ 'ਤੇ ਮੀਰ ਜਾਫਰ ਨੂੰ ਬੰਗਾਲ ਦਾ ਨਵਾਬ ਬਣਾ ਦਿੱਤਾ। ਫਿਰ ਮੀਰ ਜਾਫਰ ਵੀ ਨਹੀਂ ਟਿਕਿਆ, ਫਿਰ ਇਹਦੇ ਜਵਾਈ ਨੂੰ ਗਾਹਾਂ ਮੀਰ ਕਾਸਮ ਨੂੰ ਬਣਾਇਆ। ਇਸੇ ਤਰ੍ਹਾਂ ਇਹ ਲੜਾਈਆਂ ਚੱਲਦੀਆਂ ਰਹੀਆਂ ਸੀਗੀਆਂ। 10 ਨੰਬਰ ਪ੍ਰਸ਼ਨ ਕਰਦੇ ਹਾਂ, ਕਰਨਾਟਕ ਦਾ ਤੀਸਰਾ ਯੁੱਧ ਕਦੋਂ ਖਤਮ ਹੋਇਆ? ਸੋ ਕਰਨਾਟਕ ਦਾ ਤੀਸਰਾ ਯੁੱਧ ਜੀ 1763 ਦੇ ਵਿੱਚ ਖਤਮ ਹੋਇਆ। ਇਹ ਜ਼ਿਆਦਾਤਰ ਇੱਦਾਂ ਪੁੱਛਿਆ ਜਾਂਦਾ ਵੀ ਕਰਨਾਟਕ ਦਾ ਤੀਸਰਾ ਯੁੱਧ ਕਿਹੜੀ ਸੰਧੀ ਦੇ ਨਾਲ ਖਤਮ ਹੋਇਆ? ਪੈਰਿਸ ਦੀ ਸੰਧੀ ਯਾਦ ਰੱਖਿਓ, ਪੈਰਿਸ ਦੀ ਸੰਧੀ ਦੇ ਨਾਲ ਖਤਮ ਹੋਇਆ। ਇਹ ਪੈਰਿਸ ਦੇ ਵਿੱਚ ਸੰਧੀ ਹੋਈ ਜਾ ਕੇ ਉੱਥੇ ਇਹ ਖਤਮ, ਉਸ ਦੇ ਹਿਸਾਬ ਨਾਲ ਇਹ ਇੰਡੀਆ 'ਚ ਵੀ ਫਿਰ ਖਤਮ ਹੋਇਆ। ਇਹ ਯੁੱਧ 3 ਯੁੱਧ ਹੋਏ ਸੀ ਜੀ ਕਰਨਾਟਕ ਦੇ 3 ਯੁੱਧ ਹੋਏ ਸੀਗੇ 1746 ਤੋਂ 1763 ਤੱਕ 3 ਯੁੱਧ ਹੋਏ ਸੀ। ਪੈਰਿਸ ਦੀ ਸੰਧੀ ਨਾਲ 1763 ਵਾਲਾ ਕਰਨਾਟਕ ਦਾ ਤੀਸਰਾ ਯੁੱਧ ਖਤਮ ਹੋਇਆ। 11 ਨੰਬਰ ਪ੍ਰਸ਼ਨ ਦੇਖਦੇ ਹਾਂ, ਇੰਪੀਰੀਅਲ ਸਰਵਿਸ ਕੋਡ ਦੀ ਸਥਾਪਨਾ ਕੀਤੀ ਗਈ ਸੀ? ਲਾਰਡ ਡਰਫਨ ਨੇ ਕੀਤੀ ਸੀ ਜੀ 1904 ਦੇ ਵਿੱਚ। ਇੰਪੀਰੀਅਲ ਸਰਵਿਸ ਕੋਡ ਦੀ ਸਥਾਪਨਾ ਲਾਰਡ ਡਫਰਿਨ ਨੇ ਕੀਤੀ 1904 ਈਸਵੀ ਦੇ ਵਿੱਚ, ਧਿਆਨ 'ਚ ਰੱਖਣਾ। 12 ਨੰਬਰ ਪ੍ਰਸ਼ਨ ਦੇਖਦੇ ਹਾਂ, ਇੰਗਲੈਂਡ ਦੀ ਮਹਾਰਾਣੀ ਨੇ ਭਾਰਤ ਦੀ ਮਹਾਰਾਣੀ ਦੀ ਉਪਾਧੀ ਕਦੋਂ ਧਾਰਨ ਕੀਤੀ? 1876 ਦੇ ਵਿੱਚ। 1857 ਦਾ ਜਿਹੜਾ ਯੁੱਧ ਸੀ, ਜਿਹੜਾ ਲੜਾਈ ਸੀ 1857 ਦੀ ਲੜਾਈ ਸੀਗੀ ਜਿਹੜੀ, ਇਹ ਲੜਾਈ ਤੋਂ ਬਾਅਦ ਇੰਗਲੈਂਡ ਨੇ ਮਤਲਬ ਭਾਰਤ ਦੇ ਵਿੱਚ ਵੱਧ ਪੈਰ ਮਜ਼ਬੂਤ ਕਰਨੇ ਸ਼ੁਰੂ ਕਰ ਦਿੱਤੇ ਸੀ। ਕੰਪਨੀ ਦਾ ਰਾਜ ਖਤਮ ਕਰਤਾ ਸੀ। ਬ੍ਰਿਟਿਸ਼ ਇੰਡੀਆ ਕੰਪਨੀ ਸੀ ਜਿਹੜੀ, ਈਸਟ ਇੰਡੀਆ ਕੰਪਨੀ, ਉਹਦਾ ਰਾਜ ਖਤਮ ਕਰਤਾ 1858 ਦੇ ਐਕਟ ਦੇ ਅਧੀਨ। ਐਕਟ ਲਿਆਂਦਾ ਇਹਨਾਂ ਨੇ, ਸਿੱਧਾ ਰਾਜ ਰਾਜੇ ਕੋਲ ਚਲਿਆ ਗਿਆ, ਇੰਗਲੈਂਡ ਦੀ ਮਹਾਰਾਣੀ ਦੇ ਕੋਲ ਚਲਾ ਗਿਆ ਸਿੱਧਾ ਰਾਜ। ਤਾਂ ਫਿਰ ਇਹ ਸਿੱਧਾ ਡਾਇਰੈਕਟ ਮਤਲਬ ਇੰਗਲੈਂਡ ਦੇ ਵਿੱਚੋਂ ਭਾਰਤ 'ਤੇ ਰਾਜ ਕਰਨਾ ਸ਼ੁਰੂ ਕਰਤਾ। ਇੰਗਲੈਂਡ ਦੀ ਸਿਸਟਮ ਨੇ ਸਾਰੇ ਨੇ। ਸੋ ਉਸੇ ਦੇ ਤਹਿਤ ਅੱਗੇ ਜਾ ਕੇ 1857 ਈਸਵੀ ਦੇ ਵਿੱਚ ਇੰਗਲੈਂਡ ਦੀ ਮਹਾਰਾਣੀ ਨੇ ਭਾਰਤ ਦੀ ਮਹਾਰਾਣੀ ਦੀ ਉਪਾਧੀ ਧਾਰਨ ਕੀਤੀ ਸੀਗੀ। ਅਗਲਾ ਪ੍ਰਸ਼ਨ ਦੇਖਦੇ ਹਾਂ 13 ਨੰਬਰ, ਰੈਗੂਲੇਟਿੰਗ ਐਕਟ ਕਦੋਂ ਪਾਸ ਹੋਇਆ? 1773 ਦੇ ਵਿੱਚ। 1773 ਦੇ ਵਿੱਚ ਰੈਗੂਲੇਟਿੰਗ ਐਕਟ ਪਾਸ ਹੋਇਆ। ਕੰਪਨੀ ਨੂੰ ਵਪਾਰ ਕਰਨ ਦੀ ਖੁੱਲ੍ਹੀ ਛੋਟ ਦੇ ਦਿੱਤੀ ਗਈ ਸੀ। ਕੰਪਨੀ ਦੇ ਵਪਾਰਕ ਕੰਮ ਅਤੇ ਪ੍ਰਸ਼ਾਸਨਿਕ ਕੰਮ ਅਲੱਗ-ਅਲੱਗ ਕਰ ਦਿੱਤੇ ਗਏ ਸੀਗੇ। ਇਸੇ ਦੇ ਤਹਿਤ ਕਲਕੱਤਾ ਦੇ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਹੋਈ। ਇਹਦੇ ਤਹਿਤ ਮਤਲਬ ਐਕਟ ਪਾਸ ਹੋਇਆ 1773 ਦੇ ਵੀ ਕਲਕੱਤੇ ਦੇ ਵਿੱਚ ਸੁਪਰੀਮ ਕੋਰਟ ਬਣਾਵਾਂਗੇ। 1774 ਦੇ ਵਿੱਚ ਬਣਾਈ ਗਈ ਅੱਗੇ ਜਾ ਕੇ।
सो अगला प्रश्न देखते हैं 14 नंबर, पिट्स इंडिया एक्ट कदों पास होया? सो 1784 ਦੇ ਵਿੱਚ ਪਿਟਸ ਇੰਡੀਆ ਐਕਟ ਪਾਸ ਹੋਇਆ। ਉਸ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਸੀ ਜਿਹੜਾ ਉਹ ਪਿਟਸ ਸੀਗਾ, ਉਸ ਦੇ ਨਾਂ ਤੇ ਇਹ ਐਕਟ ਜਾਰੀ ਹੋਇਆ ਸੀ। 15 ਨੰਬਰ ਪ੍ਰਸ਼ਨ ਦੋਸਤੋ, ਲਾਰਡ ਕਾਰਨਵਾਲਿਸ ਕਦੋਂ ਭਾਰਤ ਆਇਆ? ਵੈਰੀ ਵੈਰੀ ਇੰਪੋਰਟੈਂਟ ਹੈ ਜੀ। ਸੋ ਮਾਡਰਨ ਹਿਸਟਰੀ ਦੇ ਨਾਲ ਸੰਬੰਧਿਤ ਲਾਰਡ ਕਾਰਨਵਾਲਿਸ ਦੀ ਹਿਸਟਰੀ ਪੜ੍ਹਨੀ ਅਤੀ ਜ਼ਰੂਰੀ ਹੈ। ਇਹਦੇ ਨਾਲ ਸੰਬੰਧਿਤ ਪ੍ਰਸ਼ਨ ਆ ਜਾਂਦੇ ਆ ਪੇਪਰਾਂ ਦੇ ਵਿੱਚ। ਲਾਰਡ ਕਾਰਨਵਾਲਿਸ ਨੂੰ ਸਿਵਲ ਸੇਵਾਵਾਂ ਦਾ ਮੋਢੀ ਵੀ ਕਿਹਾ ਜਾਂਦਾ। ਸਥਾਈ ਬੰਦੋਬਸਤ ਵੀ ਇਸੇ ਨੇ ਲਿਆਂਦਾ ਸੀ। ਪੁਲਿਸ ਵਿਭਾਗ ਦੀ ਸਥਾਪਨਾ ਵੀ ਇਸੇ ਨੇ ਕੀਤੀ ਸੀ। ਇਹ ਮਤਲਬ 1786 ਦੇ ਵਿੱਚ ਭਾਰਤ ਆਇਆ। 1786 ਤੋਂ ਲੈ ਕੇ 1793 ਤੱਕ ਇਹ ਮਤਲਬ ਗਵਰਨਰ ਦੇ ਤੌਰ 'ਤੇ ਰਿਹਾ ਭਾਰਤ ਦੇ ਵਿੱਚ। ਇਹ ਇੱਕ ਵਾਰ ਫਿਰ ਵਾਪਸ ਚਲਿਆ ਗਿਆ ਸੀ। ਇਹ ਫਿਰ ਦੁਬਾਰੇ ਫਿਰ ਆਇਆ 1805 ਦੇ ਵਿੱਚ। ਉਦੋਂ ਇਹ 1 ਸਾਲ ਲਈ ਗਵਰਨਰ ਰਿਹਾ ਅਤੇ ਇਹਦੀ ਗਾਜ਼ੀਪੁਰ ਯੂਪੀ ਦੇ ਵਿੱਚ, ਆਪਣਾ ਯੂਪੀ ਦੇ ਵਿੱਚ ਗਾਜ਼ੀਪੁਰ ਦੇ ਸਥਾਨ 'ਤੇ ਮੌਤ ਹੋ ਗਈ ਸੀ। ਇਹਦਾ ਮਕਬਰਾ ਵੀ ਬਣਿਆ ਹੋਇਆ ਭਾਰਤ ਦੇ ਵਿੱਚ ਲਾਰਡ ਕਾਰਨਵਾਲਿਸ ਦਾ। ਇਸ ਗੱਲ ਤੋਂ ਤੁਸੀਂ ਧਿਆਨ ਰੱਖਣਾ। 16 ਨੰਬਰ ਪ੍ਰਸ਼ਨ ਜੀ, ਨਰਿੰਦਰਾ ਮੰਡਲ ਦੀ ਸਥਾਪਨਾ ਕਦੋਂ ਕੀਤੀ ਗਈ? ਸੋ 1921 ਦੇ ਵਿੱਚ ਕੀਤੀ ਗਈ ਨਰਿੰਦਰਾ ਮੰਡਲ ਦੀ ਸਥਾਪਨਾ ਜੀ। 17 ਨੰਬਰ ਪ੍ਰਸ਼ਨ ਦੋਸਤੋ, ਚਾਹ ਦਾ ਪਹਿਲਾ ਬਾਗ ਭਾਰਤ ਵਿੱਚ ਕਦੋਂ ਲਗਾਇਆ ਗਿਆ? ਸੋ ਚਾਹ ਦੇ ਬਾਗ ਦੇ ਨਾਲ ਸੰਬੰਧਿਤ ਪ੍ਰਸ਼ਨ ਨਾ ਥੋੜ੍ਹਾ ਜਿਹਾ ਕਿਤਾਬਾਂ 'ਚ ਅਲੱਗ-ਅਲੱਗ ਡੇਟਾਂ ਦਿੱਤੀਆਂ ਗਈਆਂ ਨੇ। 1858 ਦੇ ਵਿੱਚ ਇਹਦੀ ਯੋਜਨਾ ਬਣੀ। ਲਾਰਡ ਡਲਹੌਜੀ ਨੇ ਇਹਦੀ ਯੋਜਨਾ ਬਣਾਈ। ਪਹਿਲਾਂ ਤਾਂ 1840 ਦੇ ਵਿੱਚ ਇੱਕ ਟੀ ਕੰਪਨੀ ਦੀ ਸਥਾਪਨਾ ਹੋਈ, ਟੀ ਕੰਪਨੀ ਬਣਾਈ ਗਈ। ਫਿਰ 1852 ਦੇ ਵਿੱਚ ਜਦੋਂ ਲਾਰਡ ਡਲਹੌਜੀ ਆਇਆ, 48 ਤੋਂ 56 ਤੱਕ ਰਿਹਾ, ਤਾਂ ਉਹਨੇ ਇਹ ਚਾਹ ਦੀ ਜਿਹੜਾ ਬਾਗ ਲਾਉਣ ਦੀ ਸਿਸਟਮ ਦੀ ਸ਼ੁਰੂਆਤ ਕੀਤੀ। 1854 ਦੇ ਵਿੱਚ ਇਹ ਬਾਗ ਸ਼ੁਰੂ ਹੋਇਆ। ਇੱਥੇ ਇੱਕ ਡੇਟ ਵਿੱਚ ਹੋਰ ਮਸ਼ਹੂਰ ਹੈਗੀ 1853। ਉਦੋਂ ਰੇਲਵੇ ਲਾਈਨ ਪਾਈ ਸੀ ਜੀ ਮੁੰਬਈ ਤੋਂ ਥਾਣੇ ਤੱਕ, ਜਿਹੜੀ ਲਾਰਡ ਡਲਹੌਜੀ ਨਾਲ ਜੁੜੀ ਹੋਈ ਹੈ। ਲਾਰਡ ਡਲਹੌਜੀ ਨੂੰ ਹੀ ਡਾਕ, ਰੇਲ, ਇਹਨਾਂ ਦਾ ਮਤਲਬ ਇਹ ਸਾਰੀਆਂ ਸੇਵਾਵਾਂ ਦਾ ਜਨਮਦਾਤਾ ਕਿਹਾ ਜਾਂਦਾ ਹੈ। ਸੋ ਚਾਹ ਦੇ ਬਾਗ ਨਾਲ ਸੰਬੰਧਿਤ ਗੱਲ 1854 'ਚ ਇਹ ਬਾਗ ਸ਼ੁਰੂ ਹੋਇਆ, 1852 'ਚ ਇਹ ਯੋਜਨਾ ਬਣੀ। ਸੋ ਇਹ ਡੇਟਾਂ ਨੂੰ ਤੁਸੀਂ ਧਿਆਨ 'ਚ ਰੱਖਿਓ। ਅਗਲਾ ਪ੍ਰਸ਼ਨ ਦੇਖਦੇ ਹਾਂ 18 ਨੰਬਰ ਪ੍ਰਸ਼ਨ ਜੀ, ਸਵੇਜ ਨਹਿਰ ਖੁੱਲ੍ਹੀ। ਸਵੇਜ ਨਹਿਰ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਦੋਸਤੋ। ਸਵੇਜ ਨਹਿਰ 1859 ਦੇ ਵਿੱਚ ਬਣਨੀ ਸ਼ੁਰੂ ਹੋਈ ਸੀ। 10 ਸਾਲ ਇਹਦੇ ਮਤਲਬ ਬਣਨ 'ਤੇ ਲੱਗਦੇ ਰਹੇ। ਸੋ ਇਹ 1869 ਦੇ ਵਿੱਚ ਜਾ ਕੇ ਓਪਨ ਹੋ ਗਈ ਸੀਗੀ, ਖੁੱਲ੍ਹ ਗਈ ਸੀਗੀ 1869 ਈਸਵੀ ਦੇ ਵਿੱਚ ਸਵੇਜ ਨਹਿਰ। ਅਗਲਾ ਪ੍ਰਸ਼ਨ 19 ਨੰਬਰ, ਹਿੰਦੂ ਕਾਲਜ ਕਦੋਂ ਖੋਲ੍ਹਿਆ ਗਿਆ? ਸੋ ਪਹਿਲੀ ਗੱਲ ਤਾਂ ਇੱਥੇ ਯਾਦ ਰੱਖਣਾ ਵੀ ਹਿੰਦੂ ਕਾਲਜ ਰਾਜਾ ਰਾਮ ਮੋਹਨ ਰਾਏ ਦੀਆਂ ਕੋਸ਼ਿਸ਼ਾਂ ਨਾਲ ਜਾਂ ਰਾਜਾ ਰਾਮ ਮੋਹਨ ਰਾਏ ਨੇ ਖੋਲ੍ਹਿਆ। ਸਿੱਧਾ ਇੱਥੇ ਰੱਖਣਾ ਤੁਸੀਂ 1817 ਈਸਵੀ ਦੇ ਵਿੱਚ ਹਿੰਦੂ ਕਾਲਜ। ਰਾਜਾ ਰਾਮ ਮੋਹਨ ਰਾਏ ਸੀ ਜਿਹੜਾ, ਇਹਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ ਸੀ ਅਤੇ ਲਾਰਡ ਵਿਲੀਅਮ ਬੈਟਿਕ ਨੂੰ ਕਹਿ ਕੇ ਇਹਨੇ 1829 ਦੇ ਵਿੱਚ ਇਹਦੇ ਵਿਰੁੱਧ ਮਤਾ ਹੀ ਪਾਸ ਕਰਾਤਾ ਸੀ। ਸਤੀ ਪ੍ਰਥਾ ਬੰਦ ਕਰਵਾਤੀ ਸੀ, ਕਾਨੂੰਨ ਬਣਵਾਤਾ ਸੀਗਾ 1829 ਦੇ ਵਿੱਚ। ਸੋ ਰਾਜਾ ਰਾਮ ਮੋਹਨ ਰਾਏ ਨਾ ਪੱਛਮੀ ਲੈਂਗੁਏਜ ਨੂੰ, ਮਤਲਬ ਇੰਗਲਿਸ਼ ਨੂੰ ਹੀ ਥੋੜ੍ਹੀ ਜਿਹੀ ਪਹਿਲ ਦਿੰਦਾ ਸੀ ਇਹ ਬੰਦਾ। ਅਗਲਾ ਪ੍ਰਸ਼ਨ 20 ਨੰਬਰ ਦੇਖਦੇ ਹਾਂ ਜੀ, ਸੂਤੀ ਕੱਪੜੇ ਦਾ ਸਭ ਤੋਂ ਪਹਿਲਾ ਕਾਰਖਾਨਾ ਕਿੱਥੇ ਲਗਾਇਆ ਗਿਆ? ਬੰਬਈ ਦੇ ਵਿੱਚ ਲਗਾਇਆ ਗਿਆ ਜੀ ਸੂਤੀ ਕੱਪੜੇ ਦਾ ਸਾਰਿਆਂ ਤੋਂ ਪਹਿਲਾ ਕਾਰਖਾਨਾ। 21 ਨੰਬਰ ਪ੍ਰਸ਼ਨ ਦੋਸਤੋ, ਕਾਫੀ ਬਾਗ ਦਾ ਸਭ ਤੋਂ ਪਹਿਲਾਂ ਕਦੋਂ? ਕਾਫੀ ਦਾ ਬਾਗ ਮਤਲਬ ਕੌਫੀ ਥੋੜ੍ਹਾ ਟਾਈਪ ਕਰਨ ਦੇ ਵਿੱਚ ਗਲਤੀ ਹੈ। ਕੌਫੀ ਦਾ ਬਾਗ ਪਹਿਲਾਂ ਕਦੋਂ ਲਗਾਇਆ ਗਿਆ? 1840 ਦੇ ਵਿੱਚ। ਸੋ 1840 ਦੇ ਵਿੱਚ ਹੀ ਟੀ ਕੰਪਨੀ ਦੀ ਸਥਾਪਨਾ ਹੋਈ ਸੀ। ਇਹ ਗੱਲ ਤੁਸੀਂ ਧਿਆਨ 'ਚ ਰੱਖਿਓ। 22 ਨੰਬਰ ਹੈ ਜੀ, ਪੰਜਾਬ ਯੂਨੀਵਰਸਿਟੀ ਲਾਹੌਰ ਕਾਇਮ ਕੀਤੀ ਗਈ। ਸੋ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਹੁਣ ਚੰਡੀਗੜ੍ਹ ਦੇ ਵਿੱਚ ਹੈ, ਪਹਿਲਾਂ ਲਾਹੌਰ 'ਚ ਬਣੀ 1882 ਦੇ ਵਿੱਚ। ਸੋ ਜਦੋਂ ਦੇਸ਼ ਆਜ਼ਾਦ ਹੋ ਗਿਆ 1947 ਤੋਂ ਬਾਅਦ ਇਹਦੀ ਮਤਲਬ ਜਿਹੜੀ ਸੀਗੀ ਹੋਂਦ ਇੱਥੇ ਸਥਾਪਿਤ ਕਰਨੀ ਸ਼ੁਰੂ ਕਰ ਦਿੱਤੀ ਗਈ ਸੀਗੀ ਚੰਡੀਗੜ੍ਹ ਦੇ ਵਿੱਚ। ਸੋ ਇਹ 1882 ਦੇ ਵਿੱਚ ਸਟਾਰਟਿੰਗ ਦੇ ਵਿੱਚ ਲਾਹੌਰ ਦੇ ਵਿੱਚ ਇਹਦੀ ਸਥਾਪਨਾ ਹੋਈ ਸੀ ਜੀ ਪੰਜਾਬ ਯੂਨੀਵਰਸਿਟੀ ਦੀ। ਕਈ ਵਾਰ ਇਹਦਾ ਪੁੱਛ ਲਿਆ ਜਾਂਦਾ ਵੀ ਵਾਈਸ ਚਾਂਸਲਰ ਕੌਣ ਸੀ ਜੀ? ਸੋ ਇਹਦਾ ਵਾਈਸ ਚਾਂਸਲਰ ਸੀ ਜਿਹੜਾ ਚੌਧਰੀ ਮੁਹੰਮਦ ਸਾਰਵਰ ਸੀਗਾ। ਇਹ ਜਿਹੜਾ ਚਾਂਸਲਰ ਸੀ, ਮੁੱਖ ਚਾਂਸਲਰ ਸੀ, ਉਹ ਸੀ ਚੌਧਰੀ ਮੁਹੰਮਦ ਸਾਰਵਰ। ਵਾਈਸ ਚਾਂਸਲਰ ਪੁੱਛ ਲਿਆ ਜਾਵੇ ਨਿਆਜ਼ ਮੁਹੰਮਦ ਅਹਿਮਦ ਅਖਤਿਆਰ ਜੀ। ਸੋ ਲਿਖਣਾ ਥੋੜ੍ਹਾ ਜਿਹਾ ਇੱਥੇ ਔਖਾ, ਤੁਸੀਂ ਮੇਰੀ ਆਵਾਜ਼ ਨੂੰ ਸੁਣ ਲੈਣਾ। ਨਿਆਜ਼ ਅਹਿਮਦ ਅਖਤਿਆਰ ਸੀ ਇਹਦਾ ਜੀ ਵਾਈਸ ਚਾਂਸਲਰ।
अगला प्रश्न देखते हैं 23 नंबर, गर्म दल ने कांग्रेस कदों छड्डी। सो नरम दल गर्म दल दो अपने दल सीगे। सो ये दलों के विच जो लड़ाई हो गई, एक तो गर्म दल वाले सीगे जिहड़े कहंदे सी उग्रवाद सिस्टम होवे, एक उदारवादी सिस्टम वाले सीगे नरम दलीए। सो 1907 दे विच सूरत दे विच ना जो इजलास चल रहा सी इंडियन नैशनल कांग्रेस का सूरत दे विच, उत्थे इन्हां दे विच फिर गर्म दल पैदा होया एक। सो कांग्रेस वंडी गई उदों। ਜਿਹੜੇ ਗਰਮ ਦਲ ਦੇ ਨੇਤਾ ਸੀ ਉਹ ਬਾਲਪਾਲ ਹੋਰੀ ਨੇ, ਜਿਹੜੇ ਉਹ ਬਾਲ ਗੰਗਾਧਰ ਤਿਲਕ, ਵਿਪਨ ਚੰਦਰ ਪਾਲ, ਲਾਲਾ ਲਾਜਪਤ ਰਾਏ, ਉਹ ਸਾਰੇ ਸੀ ਜਿਹੜੇ ਗਰਮ ਦਲ ਵਾਲੇ ਸੀਗੇ। 24 ਨੰਬਰ ਪ੍ਰਸ਼ਨ ਜੀ, ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਸਭਾ ਕਿੱਥੇ ਬੁਲਾਈ ਗਈ? ਬੰਬਈ ਦੇ ਵਿੱਚ ਜੀ। ਪਹਿਲੀ ਸਭਾ 1885 ਦੇ ਵਿੱਚ ਦੇਖੋ ਇਹ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਹੋਈ। ਕਿਹਨੇ ਇਹਨੇ ਕੀਤੀ ਸੀ? ਹਿਊਮ ਨੇ ਇਹ ਮਤਲਬ ਬਣਾਈ ਸੀਗੀ ਇੰਡੀਅਨ ਨੈਸ਼ਨਲ ਕਾਂਗਰਸ। 1885 'ਚ ਬੰਬਈ ਦੇ ਵਿੱਚ ਇਹਦੀ ਪਹਿਲੀ ਮੀਟਿੰਗ ਬੁਲਾਈ ਗਈ ਸੀ। ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਸਮਾਗਮ ਦਾ ਪ੍ਰਧਾਨ ਕੌਣ ਸੀ? ਪੰਡਿਤ ਜਵਾਹਰ ਲਾਲ ਨਹਿਰੂ। ਪਹਿਲੇ ਸਮਾਗਮ ਦਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਸਮਾਗਮ ਦਾ ਪ੍ਰਧਾਨ ਇਹ ਗਲਤ ਹੈ ਜੀ, ਪੰਡਿਤ ਜਵਾਹਰ ਲਾਲ ਨਹਿਰੂ ਨਹੀਂ ਸੀਗੇ, ਇੱਥੇ ਗਲਤ ਟਾਈਪ ਹੋ ਗਿਆ। ਸੋ ਇਹ ਸਨ ਬੋਮੇਸ਼ ਚੰਦਰ ਬੈਨਰਜੀ, WC ਬੈਨਰਜੀ, ਬੋਮੇਸ਼ ਚੰਦਰ ਬੈਨਰਜੀ ਇਹ ਪਹਿਲੇ ਪ੍ਰਧਾਨ ਸੀਗੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਮਾਗਮ ਦੇ। ਇਹ ਜਿਹੜਾ ਸਮਾਗਮ ਹੋਇਆ ਸੀਗਾ ਜੀ ਬੰਬਈ ਦੇ ਵਿੱਚ ਹੋਇਆ ਸੀਗਾ। ਗੋਕਲ ਤੇਜਪਾਲ ਕਾਲਜ ਸੀ ਕੋਈ, ਉੱਥੇ ਇਹ ਹੋਇਆ ਸੀ। ਗਦਰ ਲਹਿਰ ਦੇ ਮੋਢੀ ਕੌਣ ਸਨ ਜੀ? ਗਦਰ ਲਹਿਰ ਦੀ ਮੋਢੀ ਸਨ ਬਾਬਾ ਸੋਹਣ ਸਿੰਘ ਭਾਕਣਾ ਸੀ, ਅਤੇ ਲਾਲਾ ਲਾਜਪਤ ਰਾਏ ਇਹਦੇ ਸਕੱਤਰ ਸੀਗੇ। ਸੋ ਇਹਦੀ ਜਿਹੜੀ ਸਥਾਪਨਾ ਸੀ ਗਦਰ ਲਹਿਰ ਦੀ, ਇਹ ਹੋਈ ਸੀ ਜੀ 1914 ਦੇ ਵਿੱਚ। 1914 ਦੇ ਵਿੱਚ ਗਦਰ ਲਹਿਰ ਦੀ ਸਥਾਪਨਾ ਹੋਈ ਸੀ। ਸਾਈਮਨ ਕਮਿਸ਼ਨ ਭਾਰਤ ਕਦੋਂ ਆਇਆ? 1928 ਦੇ ਵਿੱਚ ਭਾਰਤ ਆਇਆ ਜੀ। ਕਈ ਵਾਰ ਨਾ ਪ੍ਰਸ਼ਨ ਇੱਦਾਂ ਪੁੱਛ ਲਿਆ ਜਾਂਦਾ ਦੋਸਤੋ ਵੀ ਸਾਈਮਨ ਕਮਿਸ਼ਨ ਦੀ ਸਥਾਪਨਾ ਜਾਂ ਸਾਈਮਨ ਕਮਿਸ਼ਨ ਕਦੋਂ ਬਣਾਇਆ ਗਿਆ? ਸਾਈਮਨ ਕਮਿਸ਼ਨ ਬਣਾਇਆ ਗਿਆ ਸੀ ਜਦੋਂ ਇੰਗਲੈਂਡ ਦੇ ਵਿੱਚ 1927 'ਚ ਬਣਾਇਆ ਗਿਆ ਸੀ। 28 ਦੇ ਵਿੱਚ ਜਾ ਕੇ ਇਹ ਭਾਰਤ ਆਇਆ। ਇਹਦੇ 7 ਮੈਂਬਰ ਸੀਗੇ ਸਾਈਮਨ ਕਮਿਸ਼ਨ ਦੇ, ਜਿਹੜੇ ਮੈਂਬਰ ਸੀ ਉਹ 7 ਸੀ। 7 ਦੇ 7 ਅੰਗਰੇਜ਼ ਸੀਗੇ। ਇਹਨਾਂ ਨੂੰ ਵਾਈਟ ਕਮਿਸ਼ਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਕੁਛ ਲੋਕਾਂ ਨੇ ਇਹਦਾ ਵਿਰੋਧ ਵੀ ਇਸੇ ਕਰਕੇ ਕੀਤਾ ਸੀਗਾ ਵੀ ਇਹ ਤਾਂ ਸਾਰੇ ਅੰਗਰੇਜ਼ੀ ਨੇ ਬੰਦੇ, ਅੰਗਰੇਜ਼ ਅਧਿਕਾਰੀ ਨੇ ਸਾਰੇ, ਵੀ ਭਾਰਤ ਦਾ ਤਾਂ ਕੋਈ ਇਹਦੇ ਵਿੱਚ ਲਿਆ ਨਹੀਂ ਗਿਆ। ਸੋ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਸਮੇਂ ਪੰਜਾਬ ਦੇ ਵਿੱਚ ਲਾਲਾ ਲਾਜਪਤ ਰਾਏ ਦੀ ਮੌਤ ਹੋ ਜਾਂਦੀ ਹੈ। ਇਹ ਘਟਨਾ ਇਸ ਨਾਲ ਜੁੜੀ ਹੋਈ ਹੈ। ਅਗਲਾ ਪ੍ਰਸ਼ਨ 28 ਨੰਬਰ ਜੀ, ਸੁਖਦੇਵ ਰਾਜਗੁਰੂ ਤੇ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ 23 ਮਾਰਚ 1931। ਸੈਂਟਰਲ ਜੇਲ੍ਹ ਲਾਹੌਰ ਦੇ ਵਿੱਚ ਫਾਂਸੀ ਦੇ ਦਿੱਤੀ ਸੀ ਇਹਨਾਂ ਨੂੰ 23 ਮਾਰਚ 1931 ਨੂੰ ਸੁਖਦੇਵ ਰਾਜਗੁਰੂ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ। 29 ਨੰਬਰ ਪ੍ਰਸ਼ਨ ਜੀ, ਭਾਰਤ ਛੱਡੋ ਅੰਦੋਲਨ ਕਦੋਂ ਸ਼ੁਰੂ ਹੋਇਆ? ਸੋ 1942 ਦੇ ਵਿੱਚ ਸ਼ੁਰੂ ਹੋਇਆ। ਇਹਦੀ ਅਗਵਾਈ ਕੀਤੀ ਮਹਾਤਮਾ ਗਾਂਧੀ ਨੇ। ਇਹਦੀ ਅਗਵਾਈ ਕੀਤੀ। ਇਹ ਆਈਡੀਆ ਕਿਹਦਾ ਸੀ? ਜਵਾਹਰ ਲਾਲ ਨਹਿਰੂ ਦਾ, ਭਾਰਤ ਛੱਡੋ ਅੰਦੋਲਨ। 30 ਨੰਬਰ ਪ੍ਰਸ਼ਨ ਦੋਸਤੋ ਅੱਜ ਦੀ ਵੀਡੀਓ ਦਾ ਆਪਣਾ ਆਖਰੀ ਪ੍ਰਸ਼ਨ ਹੈ। ਇਸੇ ਤਹਿਤ ਆਪਾਂ ਲੈ ਕੇ ਆਉਂਦੇ ਰਹਾਂਗੇ ਤੁਹਾਡੇ ਲਈ ਜੀਕੇ ਨਾਲ ਸੰਬੰਧਿਤ ਪ੍ਰਸ਼ਨ। ਸੋ MCQs ਟਾਈਪ ਵੀ ਆਪਾਂ ਇੱਕ ਅਲੱਗ ਤੋਂ ਵੀਡੀਓ ਲੈਕਚਰ ਲੈ ਕੇ ਆਉਣੇ ਹੁੰਦੇ ਆ। ਕਾਂਸਟੇਬਲ ਵਾਲੇ ਬੰਦੇ ਕਾਂਸਟੇਬਲ ਦੀ ਭਰਤੀ ਦੀ ਤਿਆਰੀ ਕਰ ਰਹੇ, ਬਿਲਕੁਲ ਨਾ ਛੱਡਣ ਆਪਣੀ ਜੀਕੇ ਨੂੰ, ਕਿਉਂਕਿ 35 ਨੰਬਰ ਦੀ ਜੀਕੇ ਆਉਣੀ ਆ। ਆਉਣ ਵਾਲੇ 2 ਦਿਨਾਂ ਦੇ ਵਿੱਚ ਆਪਾਂ ਤੁਹਾਨੂੰ ਇਹਦੇ ਨੋਟਸ ਵੀ ਪ੍ਰੋਵਾਈਡ ਕਰਵਾ ਰਹੇ ਹਾਂ। ਸੰਡੇ ਨੂੰ ਸ਼ਾਮ ਤੱਕ ਤੁਹਾਨੂੰ ਨੋਟਸ ਇਹਦੇ ਆਪਣੀ ਵੈਬਸਾਈਟ 'ਤੇ ਮਿਲ ਜਾਣਗੇ, ਤੁਸੀਂ ਉਹ ਪਰਚੇਜ ਕਰ ਸਕਦੇ ਹੋ ਉੱਥੋਂ। ਸੋ ਆਂਗਣਵਾੜੀ ਸੁਪਰਵਾਈਜ਼ਰ ਦੇ ਨੋਟਸ ਨੇ ਜਿਹੜੇ ਆਪਾਂ ਆਪਣੀ ਵੈਬਸਾਈਟ 'ਤੇ ਪਾ ਦਿੱਤੇ ਨੇ, ਉਹ ਉੱਥੋਂ ਪਰਚੇਜ ਕਰ ਸਕਦੇ ਨੇ। ਸੋ 30 ਨੰਬਰ ਪ੍ਰਸ਼ਨ ਦੇਖਦੇ ਹਾਂ, ਇੰਡੀਅਨ ਨੈਸ਼ਨਲ ਕਾਂਗਰਸ ਦੀ ਨੀਂਹ ਕਿਸ ਨੇ ਰੱਖੀ? A.O. ਹਿਊਮ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਸੀ। A.O. ਹਿਊਮ ਨੇ 1885 ਦੇ ਵਿੱਚ ਬੰਬਈ ਦੇ ਵਿੱਚ। ਇਹਦਾ ਪਹਿਲਾ ਪ੍ਰਧਾਨ ਕੌਣ ਸੀ? WC ਬੈਨਰਜੀ, ਬੋਮੇਸ਼ ਚੰਦਰ ਬੈਨਰਜੀ। ਸੋ ਇਹ ਸੀ ਅੱਜ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ। ਲਾਈਕ ਕਰਨਾ ਨਾ ਕਰਨਾ ਤੁਹਾਡੀ ਇੱਛਾ ਹੈਗੀ। ਵਧੀਆ ਤਰੀਕੇ ਨਾਲ ਵੀਡੀਓ ਨੂੰ ਤੁਸੀਂ ਕਵਰ ਕਰਿਓ, ਸ਼ੇਅਰ ਕਰਿਓ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।